ਸਵੇਰ ਤੋਂ ਦੇਖ ਰਹੇ ਹਾਂ ਜਿਹੜਾ ਯੰਗ ਫੁੱਟਬਾਲ ਕਲੱਬ ਦਾ ਸਾਲਾਨਾ ਟੂਰਨਾਮੈਂਟ ਹੋ ਰਿਹਾ, ਉੱਥੇ ਅਸੀਂ ਤੁਹਾਡੀ ਖਿਡਾਰੀਆਂ ਦੇ ਨਾਲ ਵੀ ਗੱਲਬਾਤ ਕਰਵਾਈ ਆ ਅਤੇ ਜਿਹੜੇ ਇੱਥੇ ਪ੍ਰਬੰਧਕ ਆ ਉਹਨਾਂ ਨਾਲ ਵੀ ਗੱਲ ਕਰਵਾਈ ਆ ਅਤੇ ਜਿਹੜੇ ਇੱਥੇ ਦੇਖਣ ਆਇਆ ਉਹਨਾਂ ਦੇ ਨਾਲ ਵੀ ਗੱਲ ਕਰਵਾਈ ਆ। ਅਤੇ ਅਹਿਮ ਪਾਰਟ ਲੰਗਰ ਹੁੰਦਾ ਕਿਸੇ ਵੀ ਟੂਰਨਾਮੈਂਟ ਦੀ ਗੱਲ ਕਰ ਲਈਏ ਜਾਂ ਧਾਰਮਿਕ ਜਾਂ ਸਮਾਜਿਕ ਜਾਂ ਰਾਜਨੀਤਿਕ, ਉਹਦੇ ਵਿੱਚ ਭਾਈਵਾਲੀ ਜਿਹੜੀ ਆ ਲੰਗਰ ਜਿਹੜਾ ਆ ਉਹ ਇੱਕ ਅਹਿਮ ਸਥਾਨ ਰੱਖਦਾ ਆ। ਅਤੇ ਜਦੋਂ ਅਸੀਂ ਇੱਥੋਂ ਲੰਘੇ ਹਾਂ ਤਾਂ ਅਸੀਂ ਚਾਹਿਆ ਕਿ ਇਹਨਾਂ ਦੇ ਨਾਲ ਗੱਲਬਾਤ ਕਰੀਏ। ਸਾਡੇ ਨਾਲ ਸਰਦਾਰ ਰਵਿੰਦਰ ਸਿੰਘ ਹੈਗੇ ਆ ਅਤੇ ਰਵਿੰਦਰ ਸਿੰਘ ਜੀ ਸੈਕਟਰੀ ਨੇ ਜਿਹੜੇ ਕਿ ਵਿਕਟੋਰੀਆ ਜਿਹੜੇ ਗੁਰਦੁਆਰਾ ਕੌਂਸਲ ਆ ਉਹਨਾਂ ਦੇ ਸੈਕਟਰੀ ਹੈਗੇ ਨੇ, ਅਤੇ ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਨੀਆਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਰਵਿੰਦਰ ਸਿੰਘ ਜੀ, ਜਿੱਦਾਂ ਆਪਣੀ ਵਿਚਾਰ ਹੋਈ, ਮੈਨੂੰ ਵਧੀਆ ਗੱਲ ਲੱਗੀ ਹੈ ਕਿ ਤੁਸੀਂ ਕੌਂਸਲ ਦਾ ਮਤਲਬ ਕੀ ਹੈ ਕਿ ਗੁਰਦੁਆਰਾ ਸਾਹਿਬਾਨ ਇਕੱਠੇ ਹੋ ਕੇ ਕੰਮ ਕਰਦੇ ਆ। ਇਹ ਇੱਕ ਬਹੁਤ ਵੱਡੀ ਗੱਲ ਹੈ। ਮੈਂ ਪਹਿਲਾਂ ਨਹੀਂ ਸਿੱਧਾ ਸੁਣਿਆ ਵੀ ਗੁਰਦੁਆਰਾ ਸਾਹਿਬਾਨ ਵੀ ਇਕੱਠੇ ਹੋ ਕੇ ਕੰਮ ਕਰਦੇ ਆ। ਕੀ ਹੈਗੀ ਆ ਤੁਹਾਡਾ ਇਹ ਸਿਸਟਮ? ਹਾਂਜੀ, ਇਹ ਗੁਰਦੁਆਰਾ ਕੌਂਸਲ ਵਿਕਟੋਰੀਆ ਜੀ ਹੋਈ ਨੂੰ 1.5 ਸਾਲ ਹੋਇਆ ਫਾਰਮ ਇਹਨੂੰ ਜੀ। ਅਤੇ ਇਹਦੇ ਵਿੱਚ ਜਿੱਦਾਂ ਆਪਣੀ ਕਮਿਊਨਿਟੀ ਦੇ ਹਿਊਮਨ ਰਾਈਟਸ ਦੀ ਗੱਲ ਆ, ਜਾਂ ਆਪਣੇ ਕਹਿ ਲਓ ਕਿ ਆਇਡੈਂਟੀਟੀ ਦੀ ਗੱਲ ਆ, ਜਾਂ ਪੋਲੀਟਿਕਸ ਦੀ ਰਾਜਨੀਤੀ ਦੀ ਗੱਲ ਆ, ਜਾਂ ਆਪਾਂ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਆ, ਤਾਂ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਆ, ਪੜ੍ਹਾਈ ਲਿਖਾਈ ਦੀ ਗੱਲ ਆ, ਤਾਂ ਗੁਰਦੁਆਰਾ ਕੌਂਸਲ ਵਿਕਟੋਰੀਆ ਦੇ ਮੁੱਖ ਮਕਸਦ ਆਪਣੀ ਕਮਿਊਨਿਟੀ ਨੂੰ ਉੱਚਾ ਚੱਕਣਾ ਆ ਅਤੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਕੇ ਸਾਰੇ ਗੁਰਦੁਆਰੇ ਰਲ ਕੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਆ ਆਪਣੀ ਕੌਮ ਦੇ ਲਈ ਖੜ੍ਹਨ ਦਾ, ਅਤੇ ਜਿਹੜੇ ਸਾਡੇ ਰਿਸੋਰਸਿਸ ਆ ਜਾਂ ਗੋਲਕਾਂ ਨੇ ਉਹਨਾਂ ਨੂੰ ਸਹੀ ਪਾਸੇ ਲਾਉਣ ਦਾ। ਤਾਂ ਉਹ 'ਚੋਂ ਸਾਰਾ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਕੁਛ ਮਾਤਰ ਆਪਾਂ ਜਿੱਦਾਂ ਬੱਚੇ ਦੀ ਜੇ ਮਾਨਸਿਕ ਤਰੱਕੀ ਕਰਾਉਣੀ ਆ ਉਹ ਤਾਂ ਸਕੂਲਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅਧਿਆਤਮਿਕ ਤੌਰ 'ਤੇ ਹੁੰਦੀ ਆ, ਪਰ ਜੇ ਫਿਜ਼ੀਕਲ ਆਪਾਂ ਤਰੱਕੀ ਦੀ ਗੱਲ ਕਰੀਏ, ਜਿੱਦਾਂ ਗੁਰੂ ਸਾਹਿਬ ਨੇ ਮੱਲ ਅਖਾੜੇ ਤੋਰੇ ਸੀ, ਅਤੇ ਅੱਜ ਉਹ ਮੱਲ ਅਖਾੜੇ ਦਾ ਰੂਪ ਜੇ ਆਪਾਂ ਦੇਖੀਏ ਫੁੱਟਬਾਲ ਆ ਜਾਂ ਕਬੱਡੀ ਆ ਜਾਂ ਆਪਾਂ ਦੇਖੀਏ ਬਾਸਕਟਬਾਲ ਆ, ਕੋਈ ਫਿਜ਼ੀਕਲ ਐਕਟੀਵਿਟੀ ਆ ਉਹਦੇ ਵਿੱਚ ਐਜ਼ ਆ ਜਿਵੇਂ ਆਪਾਂ ਹੁਣ ਇੱਥੇ 1000 ਸੰਗਤ ਇਕੱਠੀ ਹੋਈ ਆ, ਤਾਂ ਉੱਥੇ ਆਪਣੇ ਸਾਰੇ ਵੀਰਾਂ ਵੱਲੋਂ ਰਲ ਕੇ ਸਿੰਘਾਂ ਸਮੇਸ਼ ਰਿਪੇਅਰ ਵਾਲੇ ਗੁਰਦੁਆਰਾ ਕੌਂਸਲ ਸਾਰਿਆਂ ਨੇ ਰਲ ਕੇ ਅੱਜ ਲੰਗਰ ਦੀ ਸੇਵਾ ਇੱਥੇ ਨਿਭਾਈ ਹੈ ਜੀ। ਅਤੇ ਕਿੰਨੇ ਗੁਰਦੁਆਰਾ ਸਾਹਿਬਾਨ ਨੇ ਇਕੱਠੇ ਇਹਦੇ ਵਿੱਚ? ਹਾਂਜੀ, ਗੁਰਦੁਆਰਾ ਕੌਂਸਲ ਵਿਕਟੋਰੀਆ ਦੇ ਵਿੱਚ ਤਕਰੀਬਨ ਜੀ ਇਸ ਸਮੇਂ ਮੈਲਬਨ 'ਚ ਟੋਟਲ 14 ਕੁ ਗੁਰੂ ਘਰ ਨੇ, ਉਹਦੇ ਵਿੱਚੋਂ 8-9 ਗੁਰੂ ਘਰਾਂ ਨੇ ਰਲ ਕੇ ਇਹ ਗੁਰਦੁਆਰਾ ਕੌਂਸਲ ਵਿਕਟੋਰੀਆ ਬਣਾਈ ਹੈ, ਜਿਹਦੇ ਵਿੱਚ ਸ਼ੈਪਰਟਨ ਤੋਂ ਗੁਰੂ ਘਰ ਹੈਗੇ ਆ, ਆਪਣੇ ਕਹਿ ਲਓ ਕਿ ਸਾਊਥ ਈਸਟ ਤੋਂ ਸਾਰੇ ਮੈਲਬਨ ਦੇ ਗੁਰਦੁਆਰੇ ਹੈਗੇ ਇਹਦੇ ਵਿੱਚ। ਹਾਂਜੀ, ਜਿੱਦਾਂ ਸਤਿਗੁਰੂ ਨਾਨਕ ਨੇ ਤਾਂ ਕਹਿ ਹੀ ਦਿੱਤਾ ਵੀ ਨੱਚਣ ਕੁੱਦਣ ਮਨ ਕਾ ਚਾਓ, ਹੈ ਨਾ। ਅਤੇ ਅੱਜ ਨੱਚਣ ਕੁੱਦਣ ਦੇ ਵਿੱਚ ਆਪਾਂ ਜਿਹੜੇ ਆ ਤੁਸੀਂ ਸੇਵਾ ਜਿਹੜੀ ਆ ਨਿਭਾ ਰਹੇ ਹੋ, ਖਿਡਾਰੀਆਂ ਦੀ ਹੈਲਪ ਵੀ ਇੱਕ ਤਰੀਕੇ ਦੇ ਨਾਲ ਕਰ ਰਹੇ ਹੋ। ਹੋਰ ਕਿਹੜੇ ਕੰਮ ਆ ਕੌਂਸਲ ਜਿਹੜੀ ਕਰਦੀ ਆ ਇਹਨਾਂ ਤੋਂ ਇਲਾਵਾ? ਹਾਂਜੀ, ਇਹਦੇ ਵਿੱਚ ਜਿਹੜਾ ਹੈਗਾ ਜਿੱਦਾਂ ਸਿੱਖ 40 ਸਾਲ ਆ ਰਿਹਾ ਜੈਨੋਸਾਈਡ ਜਿਹੜਾ ਆਪਣਾ ਇਸ ਸਾਲ ਲੰਘ ਚੱਲਿਆ ਆ, 3 ਨਵੰਬਰ ਦੇ ਵਿੱਚ ਵੀ ਆ ਰਿਹਾ, ਤਾਂ ਉਹਦੇ ਵਿੱਚ ਤੁਹਾਨੂੰ ਸ਼ਾਇਦ ਪਤਾ ਹੋਣਾ ਵੀ ਆਸਟ੍ਰੇਲੀਆ ਦੁਨੀਆ ਭਰ ਦੇ ਵਿੱਚ ਪਿੱਛੇ ਜੇ ਜੂਨ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਢੱਠਿਆ ਮਾਡਲ ਬੜਾ ਲੱਗੀ ਸੀ। ਹਾਂਜੀ, ਉਹ ਗੁਰਦੁਆਰਾ ਕੌਂਸਲ ਵਿਕਟੋਰੀਆ ਦੇ ਸੰਗਤਾਂ ਦੇ ਸਹਿਯੋਗ ਨਾਲ ਹੀ ਬਣਿਆ ਸੀ, ਅਤੇ ਭਾਈ ਸਾਹਿਬ ਜੀ ਨੂੰ ਕੈਨੇਡਾ ਤੋਂ ਸੱਦਿਆ ਗਿਆ ਸੀ, ਭਾਈ ਗੁਰਪ੍ਰੀਤ ਸਿੰਘ ਆਰਟਿਸਟ, ਅਤੇ ਉਹ ਸਾਡੇ ਕੋਲ ਹੀ ਰੁਕੇ ਅਤੇ ਉਹਨਾਂ ਨੇ ਫਿਰ ਮਾਡਲ ਤਿਆਰ ਕੀਤਾ ਅਤੇ ਮੈਲਬਨ ਦੀਆਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਉਹਦੇ ਦਰਸ਼ਨ ਕਰਾਏ ਗਏ ਅਤੇ ਬੱਚਿਆਂ ਨੂੰ ਜਾਗ੍ਰਿਤੀ ਕਰਾਈ ਗਈ। ਨਾਲ ਦੀ ਨਾਲ ਫਿਰ ਨਵੰਬਰ ਦੇ ਵਿੱਚ ਜਿਹੜਾ ਬਲੱਡ ਡੋਨੇਸ਼ਨ ਕੈਂਪ ਆ ਕਿ ਖੂਨਦਾਨ ਮੁਹਿੰਮ, ਖੂਨਦਾਨ ਮਹਾਦਾਨ, ਉਹਦੇ ਲਈ ਵੀ ਫਿਰ ਗੁਰਦੁਆਰਾ ਕੌਂਸਲ ਕੰਮ ਕਰੂਗੀ। ਨਾਲ ਦੀ ਨਾਲ ਜੇ ਰਾਜਨੀਤਿਕ ਤੌਰ 'ਤੇ ਅੱਗੇ ਲੈ ਕੇ ਜਾਣਾ ਉਹ ਵੀ ਆਪਣੇ ਕੰਮ ਆ। ਨਾਲ ਜਿੰਨੇ ਗੁਰੂ ਘਰ ਨੇ ਗੁਰਦੁਆਰਾ ਕੌਂਸਲ ਤਕਰੀਬਨ ਸਾਰਿਆਂ ਦੇ ਵਿੱਚ 250-250 ਤੋਂ ਲੈ ਕੇ 500-500 ਤੱਕ ਦਾ ਬੱਚੇ ਪੜ੍ਹਦੇ ਆ ਨੰਬਰਿੰਗ ਦੇ ਵਿੱਚ, ਜਿਨ੍ਹਾਂ ਨੂੰ ਕਿ ਗੁਰ ਇਤਿਹਾਸ ਦੇ ਨਾਲ, ਗੱਤਕੇ ਦੇ ਨਾਲ, ਸਿੱਖ ਫਲਸਫੇ ਦੇ ਨਾਲ, ਜੀਓਗ੍ਰਾਫੀ ਦੇ ਨਾਲ ਜੋੜਿਆ ਜਾਂਦਾ ਆ, ਅਤੇ ਨਾਲ ਸੰਥਿਆ ਵੀ ਦਿੱਤੀ ਜਾਂਦੀ ਆ, ਘੋੜ ਸਵਾਰੀ ਵੀ, ਅਤੇ ਹੋਰ ਵੀ ਹਰ ਇੱਕ ਖੇਤਰ ਦੇ ਵਿੱਚ ਜਿਹੜੀ ਆ ਵੀ ਜਿੱਥੇ ਵੀ ਆਪਣੀ ਕੌਮ ਨੂੰ ਉੱਤੇ ਚੱਕਣ ਦੀ ਲੋੜ ਆ ਉਹ ਗੈਪ ਫਿਲ ਕਰ ਰਹੀ ਹੈ ਗੁਰਦੁਆਰਾ ਕੌਂਸਲ। ਅਤੇ ਇੱਕ ਜਦੋਂ ਕਰੋਨਾ ਇੱਕ ਬੜਾ ਮਹਾਮਾਰੀ ਆਈ ਆ ਅਤੇ ਜਿਹਦੇ ਵਿੱਚ ਲਾਈਫ ਜਿਹੜੀ ਆ ਇੱਕ ਰੁਕੇ ਗਈ ਸੀ, ਉਦੋਂ ਗੁਰਦੁਆਰਾ ਸਾਹਿਬਾਨ ਨੇ ਬਹੁਤ ਵਧੀਆ ਕੰਮ ਕੀਤੇ। ਚਾਹੇ ਜੇ ਆਪਾਂ ਗਲੋਬਲੀ ਗੱਲ ਕਰ ਲਈਏ, ਸਾਰੇ ਪਾਸੇ ਬਹੁਤ ਵਧੀਆ ਕੰਮ ਹੋਇਆ। ਤੁਹਾਡੀ ਭੂਮਿਕਾ ਕਿੱਦਾਂ ਦੀ ਰਹੀ ਉਸ ਵੇਲੇ? ਹਾਂਜੀ, ਉਸ ਸਮੇਂ ਜੀ ਦਾਸ ਸ਼ੁਰੂ ਤੋਂ ਹੀ ਸਿੱਧੇ ਤੌਰ ਦੇ ਉੱਤੇ ਜਿੱਥੇ ਵੀ ਗੁਰੂ ਸਾਹਿਬ ਨੇ ਦੱਸਿਆ ਵੀ ਇਨਸਾਨੀਅਤ ਜਾਂ ਹਰ ਇੱਕ ਚੀਜ਼ ਜਿਹੜੀ ਗੁਰੂ ਸਾਹਿਬ ਨੇ ਸਿਰਸ਼ ਸਾਜੀ ਆ, ਉਹਦੇ ਲਈ ਕੋਈ ਨਾ ਕੋਈ ਦਾਸ ਆਪਦੇ ਵੱਲੋਂ ਜਥੇਬੰਦੀ ਤੌਰ 'ਤੇ ਕੰਮ ਕਰਦੇ ਰਹਿੰਦੇ ਆ। ਅਤੇ ਬਲੱਡ ਡੋਨੇਸ਼ਨ ਜਿੱਦਾਂ ਤੁਹਾਨੂੰ ਮੈਂ ਦੱਸਿਆ, ਨਾਲ ਦੀ ਨਾਲ ਜਦੋਂ ਬੁਸ਼ ਫਾਇਰ ਹੋਈਆਂ ਸੀਗੀਆਂ ਆਸਟ੍ਰੇਲੀਅਨ ਬੁਸ਼ ਫਾਇਰਸ ਦੇ ਵਿੱਚ ਲੇਕ ਐਂਟਰੈਂਸ ਵਾਲੇ ਪਾਸੇ ਅਸੀਂ ਅਲੱਗ-ਅਲੱਗ ਜਥੇਬੰਦੀਆਂ ਨਾਲ ਸੇਵਾ ਨਿਭਾਈ। ਅੱਗ ਬੁਝਣ ਤੋਂ ਬਾਅਦ ਜਿਹੜੀ ਰਿਕਵਰੀ ਰਿਲੀਫ ਸੀਗੀ, ਨਾਲ ਸਿੱਖ ਵਲੰਟੀਅਰ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਦੀ ਇੱਕ ਜਥੇਬੰਦੀ ਹੈਗੀ ਅਕਾਲ ਛਾਉਣੀ ਸਿੱਖ ਵਲੰਟੀਅਰਸ, ਉਹਨਾਂ ਨੇ ਵੀ ਬੜੀ ਅਹਿਮ ਭੂਮਿਕਾ ਨਿਭਾਈ ਸੀ ਸਦਰਨ ਨਾਲ ਸਾਊਥ ਈਸਟ ਵਾਲੇ ਪਾਸੇ, ਅਤੇ ਨਾਲ ਦੀ ਨਾਲ ਖਾਲਸਾ ਛਾਉਣੀ ਪਲੰਪਟਨ ਵਾਲੇ, ਉਹਨਾਂ ਨੇ ਇਸ ਇਲਾਕੇ ਦੇ ਵਿੱਚ ਬੜੀ ਉਹਨਾਂ ਨੇ ਸੇਵਾ ਨਿਭਾਈ। ਅਤੇ ਮਤਲਬ ਜਿੱਥੇ ਵੀ ਮੌਕਾ ਮਿਲਦਾ, ਚਾਹੇ ਬੁਸ਼ਫਾਇਰ ਆ, ਚਾਹੇ ਕੋਵਿਡ ਆ,
ਤੇ ਘਰਾਂ ਦੇ ਵਿੱਚ ਲਿਟਰੇਚਰ ਵੰਡਣਾ ਆ। ਜੇ ਕੋਵਿਡ ਦੇ ਦੌਰਾਨ ਜਿੱਦਾਂ ਆਪਣੀ ਕਮਿਊਨਿਟੀ ਘਰੇ ਫ੍ਰੀ ਬੈਠੀ ਸੀ, ਉਹਨਾਂ ਨੂੰ ਮਹਾਰਾਜ ਦੀਆਂ ਸੈਂਚੀਆਂ ਘਰੇ ਪਹੁੰਚਾਉਣੀਆਂ, ਕਿਤਾਬਾਂ ਦੇਣੀਆਂ ਤਾਂ ਕਿ ਫ੍ਰੀ ਟਾਈਮ ਗੁਰੂ ਵਾਲੇ ਪਾਸੇ ਲੱਗ ਸਕੇ। ਤਾਂ ਹਰ ਪਾਸਿਓਂ ਹੀ ਕੰਮ ਨਿਭਿਆ ਉਦੋਂ ਜੀ। ਹਾਂਜੀ। ਤੇ ਸਰਦਾਰ ਰਵਿੰਦਰ ਸਿੰਘ ਜੀ ਬਹੁਤ ਵਧੀਆ ਲੱਗਾ ਤੇ ਅਸੀਂ ਅਰਦਾਸ ਕਰਦੇ ਹਾਂ ਉਸ ਵਾਹਿਗੁਰੂ ਅੱਗੇ ਕਿ ਜਿਹੜੇ ਤੁਹਾਡੇ ਇਹ ਕਾਰਜ ਆ ਜਿਹੜੇ ਮਨੁੱਖਤਾ ਨੂੰ ਸਮਰਪਿਤ ਆ ਉਹਦੇ ਵਿੱਚ ਤੁਸੀਂ ਇਦਾਂ ਹੀ ਜਿਹੜੀ ਆਪਣੀ ਭੂਮਿਕਾ ਨਿਭਾਉਂਦੇ ਰਹੋ ਤੇ ਹੋਰ ਵੀ ਜਿਹੜੀ ਸੰਗਤ ਆ ਉਹ ਜੁੜਦੀ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।